ਦੀ ਯੋਜਨਾ ਦੀ ਫੌਜ ਬਣਾਉਣੀ ਹੈ ਜਿਹੜੀ ਉਹ ਰੱਖਣੀ ਵੀ ਆ, ਉਹਨੂੰ ਸਾਰੀਆਂ ਸਹੂਲਤਾਂ ਵੀ ਰੱਖਣੀਆਂ ਨੇ। ਪਰ ਸਾਡੇ ਕਿਰਤੀ ਲੋਕਾਂ ਦੇ ਮਜ਼ਦੂਰਾਂ ਦੇ ਬੱਚਿਆਂ ਨਾਲ ਇਹ ਹਾਲਤ ਆਉਣੀ, ਇਹਨਾਂ ਨੂੰ ਪੁਸ਼ ਆਊਟ ਕਰਨਾ ਕੱਢਣਾ 4 ਸਾਲਾਂ 'ਚ। 2024 ਵਾਲੀਆਂ ਚੋਣਾਂ ਮੌਜ ਨਾਲ ਜਿੱਤ ਕੇ ਸੱਤਾ ਲੈ ਲਾਂਗੇ। ਇਹ ਭਾਰਤ ਦੇ ਲੋਕ ਨੇ, ਇਹ ਕਿਰਤੀ ਲੋਕ ਨੇ, ਇਹ ਖੇਤ ਮਜ਼ਦੂਰ ਲੋਕ ਨੇ, ਇਹ ਸਾਰਿਆਂ ਦੀ ਜੋਟੀ ਹੈ ਮੁਲਾਜ਼ਮਾਂ ਤੇ ਸਾਰੇ ਕਿਰਤੀ ਲੋਕਾਂ ਦੀ, ਛੋਟੇ ਦੁਕਾਨਦਾਰਾਂ ਦੀ, ਛੋਟੇ ਸਨਅਤਾਂ ਦੀ। ਕਿਉਂਕਿ ਉਹ ਨੌਕਰੀਆਂ ਦੇਖੋ ਕਰਦੇ ਸੀ, ਉਹਨਾਂ ਨੂੰ ਆਪਣੀ ਬੁਢਾਪੇ ਦੀ ਪਿਲਸਣ ਵੀ ਮਿਲਦੀ ਸੀ, ਜਦੋਂ ਰਿਟਾਇਰਮੈਂਟ ਵੀ ਮਿਲਦੀ ਸੀ, ਉਹਨਾਂ ਨੂੰ ਪਿਲਸਣ ਵੀ ਮਿਲਦੀ ਸੀ, ਉਹ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ। ਜਿਹੜੀਆਂ ਹੁਣ ਇਹਨਾਂ ਨੇ ਯੋਜਨਾ, ਇਹ ਅਗਨੀਪਥ ਯੋਜਨਾ ਇਹਨਾਂ ਨੇ ਸਕੀਮ ਚਲਾਈ ਹੈ 4 ਸਾਲ ਦੀ। संयुक्त किसान मोर्चे सद्दे तहत अग्निपथ स्कीम खिलाफ भारतीय किसान यूनियन एकता उगराहां ਵੱਲੋਂ ਸੰਗਰੂਰ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਇਕੱਠ ਕਰਨ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਕਰਦਿਆਂ ਏਡੀਸੀ ਜਨਰਲ ਅਨਮੋਲ ਸਿੰਘ ਧਾਲੀਵਾਲ ਨੂੰ ਰਾਸ਼ਟਰਪਤੀ ਦੇ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਭਾਰਤੀ ਫੌਜ ਨੂੰ ਨਿੱਜੀਕਰਨ ਕਰਨ ਲਈ ਲਿਆਂਦੀ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੁੱਖ ਰੂਪ ਵਿੱਚ ਉਭਰਿਆ ਗਿਆ। मैं अमरीक गंडूआ जिला प्रधान बीके उगराहां। अज का सी जिहड़ा यह एजेंडा है, यह संयुक्त मोर्चे की काल ते सारे देश दे विच डीसीआं नूं राष्ट्रपति नूं मंग पत्र भेजना, डीसीआं दे राहीं 7 तरीक तो ला के 14 तक यह जो सरकार नवीं योजना लेके आई है उनका सारे प्रबंध नूं इन्हां ने सेल ते लाता। रहिंदी खुंदी फौज रहिंदी सी, फौज ते भी बड़ा हमला करता साडे नौजवान बच्चों ते। ਜਿਹੜੇ ਕੁਛ ਬੱਚੇ ਬਾਹਰ ਜਾਈ ਜਾਂਦੇ ਤੇ ਕੁਛ ਬੱਚੇ ਉਰੇ ਕਹਿੰਦੇ ਤੇ ਵੀ ਫੌਜ ਦੇ ਵਿੱਚ ਹੀ ਭਰਤੀ ਲੈ ਲਾਂਗੇ, ਯਾਰ ਰੁਜ਼ਗਾਰ ਤਾਂ ਹੈ, ਜ਼ਿੰਦਗੀ ਤਾਂ ਹੈ, ਮਾੜੀ ਮੋਟੀ ਪਿਲਸਣ ਲੱਗ ਜਾਂਦੀ ਹੈ। ਪਰ ਭਾਰਤ ਦੀ ਸਰਕਾਰ ਨੇ ਨਵੀਂ ਯੋਜਨਾ ਲੈ ਕੇ ਆਈ ਅਗਨੀਪਥ ਯੋਜਨਾ। ਐਡਾ ਵੱਡਾ ਨੌਜਵਾਨੀ ਤੇ ਹਮਲਾ ਵੀ 4 ਸਾਲ ਦੇ ਵਿੱਚ ਹੀ ਸਾਰਾ ਕੁਛ ਨਿਬੇੜ ਦੇਣਾ ਤੇ ਨਾ ਪਿਲਸਣ ਤੇ ਫਿਰੀ ਜਾਵੇ ਧੱਕੇ ਖਾਂਦਾ। ਇੱਕ ਉਹਨਾਂ ਨੇ ਆਪਦੀ ਯੋਜਨਾ ਦੀ ਫੌਜ ਬਣਾਉਣੀ ਹੈ ਜਿਹੜੀ ਉਹ ਰੱਖਣੀ ਵੀ ਆ, ਉਹਨੂੰ ਸਾਰੀਆਂ ਸਹੂਲਤਾਂ ਵੀ ਰੱਖਣੀਆਂ ਨੇ। ਪਰ ਸਾਡੇ ਕਿਰਤੀ ਲੋਕਾਂ ਦੇ ਮਜ਼ਦੂਰਾਂ ਦੇ ਬੱਚਿਆਂ ਨਾਲ ਇਹ ਹਾਲਤ ਆਉਣੀ, ਇਹਨਾਂ ਨੂੰ ਪੁਸ਼ ਆਊਟ ਕਰਨਾ ਕੱਢਣਾ 4 ਸਾਲਾਂ 'ਚ। ਉਹ 4 ਸਾਲਾਂ ਦੇ ਵਿੱਚ ਕੀ ਫੌਜ ਦੇ ਵਿੱਚ ਕਰਕੇ ਆਉਣਗੇ, ਕੀ ਦੇਸ਼ ਦੇ ਵਿੱਚ ਆਪਦੇ ਬੱਚੇ ਕਿਵੇਂ ਪਾਲਣਗੇ, ਕੀ ਬਣੂਗਾ ਉਹਨਾਂ ਦਾ। ਇਹਦੇ 'ਤੇ ਸਾਡੀ ਜਥੇਬੰਦੀ ਵੱਲੋਂ, ਸੰਯੁਕਤ ਮੋਰਚੇ ਵੱਲੋਂ ਪੂਰੀ ਕਾਲ ਹੈ ਭਾਰਤ ਦੇ ਵਿੱਚ। ਡੀਸੀਆਂ ਨੂੰ ਮੰਗ ਪੱਤਰ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇਹ ਸਾਡੀ ਚੇਤਾਵਨੀ ਵੀ ਹੈ, ਇਹ ਯੋਜਨਾ ਨੂੰ ਵਾਪਸ ਲਓ। ਜਿਵੇਂ ਕਾਲੇ ਕਾਨੂੰਨ ਲੈਤੇ ਨੇ, ਇਹਨੂੰ ਰੱਦ ਕਰੋ, ਨਹੀਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 18, 19, 20 ਨੂੰ 21 ਨੂੰ ਅਸੀਂ ਯੂਪੀ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਜਿਹੜੇ ਅਜੇ ਮਿਸ਼ਰੇ ਵਾਲੀ ਗੱਲ ਤੇ ਜਿਹੜੀ ਕੇਂਦਰ ਸਰਕਾਰ ਨੇ ਉਹ ਸੱਤਾ ਤੋਂ ਨਹੀਂ ਲਾਹਿਆ, ਉਹਦੇ ਮੁੰਡਿਆਂ ਨੇ, ਨੌਜਵਾਨ ਸਾਡੀਆਂ ਬੁੜੀਆਂ ਮੁੰਡੇ ਲਤੜਦੇ ਗੱਡੀਆਂ ਨਾਲ, ਉਹ ਅਸੀਂ 3 ਦਿਨਾਂ ਦਾ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਇਹ ਸਰਕਾਰ ਨੂੰ ਇੱਕ ਝਲਕ ਦਿਖਾਉਣ ਜਾ ਰਹੇ ਹਾਂ ਵੀ ਰਹਿੰਦੀਆਂ ਮੰਗਾਂ ਕਾਲੇ ਕਾਨੂੰਨਾਂ ਵਾਲੀਆਂ, ਜਿਹੜਾ ਸਾਲ ਭਰ ਅੰਦੋਲਨ ਲੜਿਆ ਅਗਨੀਪਥ ਯੋਜਨਾ ਵਾਲੀ ਤੇ ਦੂਜੀਆਂ ਰਹਿੰਦੀਆਂ ਮੰਗਾਂ, ਉਹ ਸਾਰੀਆਂ ਅਸੀਂ ਲਾਗੂ ਕਰਵਾਉਣੀਆਂ ਨੇ। ਇਹ ਜੱਦੋ ਜਹਿਦ ਦਿੱਲੀ ਸਰਕਾਰ ਨਾਲ ਸਾਡੀ ਚੱਲੀ ਜਾਂਦੀ ਹੈ। ਇਹ ਸ਼ੁਰੂਆਤ ਹੋਈ ਹੈ ਦੁਬਾਰਾ। ਜਿਹੜਾ ਸੰਯੁਕਤ ਮੋਰਚੇ ਦਾ ਦਿੱਲੀ ਸਰਕਾਰ ਕਹਿ ਰਹੀ ਹੈ ਵੀ ਖੇਰੂ ਖੇਰੂ ਹੋ ਗਿਆ, ਇਹ ਅੱਜ ਉਸੇ ਲੋਟੀ ਇੱਕ ਮੁੱਠ ਹੋ ਕੇ ਲੜ ਰਿਹਾ ਹੈ। ਉਸੇ ਲੋਟੀ ਸਾਡੀਆਂ ਤਿਆਰੀਆਂ ਨੇ ਕੇਂਦਰ ਸਰਕਾਰ ਨੂੰ ਘੇਰਨ ਵਾਸਤੇ। ਇਹ ਭੁਲੇਖੇ ਜਾਂ ਕੇਂਦਰ ਸਰਕਾਰ ਵੀ 2024 ਵਾਲੀਆਂ ਚੋਣਾਂ ਮੌਜ ਨਾਲ ਜਿੱਤ ਕੇ ਸੱਤਾ ਲੈ ਲਾਂਗੇ। ਇਹ ਭਾਰਤ ਦੇ ਲੋਕ ਨੇ, ਇਹ ਕਿਰਤੀ ਲੋਕ ਨੇ, ਇਹ ਖੇਤ ਮਜ਼ਦੂਰ ਲੋਕ ਨੇ, ਇਹ ਸਾਰਿਆਂ ਦੀ ਜੋਟੀ ਹੈ ਮੁਲਾਜ਼ਮਾਂ ਤੇ ਸਾਰੇ ਕਿਰਤੀ ਲੋਕਾਂ ਦੀ, ਛੋਟੇ ਦੁਕਾਨਦਾਰਾਂ ਦੀ, ਛੋਟੇ ਸਨਅਤਾਂ ਦੀ। ਸਾਡੀਆਂ ਤਿਆਰੀਆਂ ਨੇ। ਅਸੀਂ ਇਹ ਅਗਨੀਪਥ ਯੋਜਨਾ ਵੀ ਰੱਦ ਕਰਾਵਾਂਗੇ ਤੇ ਕਾਲੇ ਕਾਨੂੰਨਾਂ ਦੇ ਵਿੱਚੋਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ, ਸ਼ਹੀਦਾਂ ਨੂੰ ਮੁਆਵਜ਼ੇ ਵਾਲੀ ਹੋਵੇ, ਪਰਚੇ ਕੇਸ ਪਏ ਵਾਲੀ ਗੱਲ ਹੋਵੇ ਤੇ ਅਜੇ ਮਿਸ਼ਰੇ ਵਾਲੀ ਗੱਲ ਹੋਵੇ, ਉਹ ਸਾਰੀਆਂ ਅਸੀਂ ਪੂਰੀਆਂ ਲਾਗੂ ਕਰਾਉਣੀਆਂ ਨੇ। ਉਹ ਸਾਡੀਆਂ ਤਿਆਰੀਆਂ ਨੇ। ਪ੍ਰਦਰਸ਼ਨ ਲਈ ਤੁਹਾਡੀ ਕੀ ਮੰਗ ਹੈ? ਮੈਂ ਚਰਨਜੀਤ ਕੌਰ, ਪਿੰਡ ਜਖੇਪਲ, ਹੰਬਲਵਾਸ। ਜਾਣੀ ਕਿ ਜਿਹੜਾ ਸਾਡਾ ਅੱਜ ਦਾ ਧਰਨਾ ਹੈਗਾ, ਇਹ ਸਾਡਾ ਧਰਨਾ ਅਗਨੀਪਥ ਯੋਜਨਾ ਲਈ ਹੈ, ਜੋ ਸਰਕਾਰ ਨੇ ਨਵੀਂ ਸਕੀਮ ਵਰਤੀ ਹੈ। ਇਹ ਸਕੀਮ ਸਾਨੂੰ ਨਹੀਂ ਚਾਹੀਦੀ, ਕਿਉਂਕਿ ਸਾਡੇ ਬੱਚੇ ਨੇ ਜਿਹੜੇ ਅਸੀਂ 20-20 ਸਾਲ ਦੇ ਕੀਤੇ ਨੇ ਪਾਲ ਪੜੋਸ ਕੇ। ਇਹ ਪਾਲ ਪੜੋਸ ਕੇ ਕੀਤੇ ਨੇ, ਕੋਈ ਅਸੀਂ ਕੋਈ ਉੱਥੇ ਬਾਰਡਰਾਂ 'ਤੇ ਮਰਨ ਲਈ ਤਾਂ ਨਹੀਂ ਕੀਤੇ। ਜੋ ਜਿਵੇਂ ਸਾਡੇ ਪਿਛਲੀਆਂ ਫੌਜਦਾਰੀ ਦੀਆਂ ਭਰਤੀਆਂ ਸੀਗੀਆਂ ਬੱਚਿਆਂ ਦੀਆਂ, ਸਾਡੇ ਬਜ਼ੁਰਗਾਂ ਸ਼ੁਰੂ ਤੋਂ ਆਉਂਦੇ ਨੇ, ਦੇਖੋ ਇਹ ਫੌਜਦਾਰੀ ਦੀ ਨੌਕਰੀ ਕਰਦੇ,
ਕਿਉਂਕਿ ਉਹ ਨੌਕਰੀਆਂ ਦੇਖੋ ਕਰਦੇ ਸੀ, ਉਹਨਾਂ ਨੂੰ ਆਪਣੀ ਬੁਢਾਪੇ ਦੀ ਪਿਲਸਣ ਵੀ ਮਿਲਦੀ ਸੀ, ਜਦੋਂ ਰਿਟਾਇਰਮੈਂਟ ਵੀ ਮਿਲਦੀ ਸੀ, ਉਹਨਾਂ ਨੂੰ ਪਿਲਸਣ ਵੀ ਮਿਲਦੀ ਸੀ, ਉਹ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ। ਜਿਹੜੀਆਂ ਹੁਣ ਇਹਨਾਂ ਨੇ ਯੋਜਨਾ, ਇਹ ਅਗਨੀਪਥ ਯੋਜਨਾ ਇਹਨਾਂ ਨੇ ਸਕੀਮ ਚਲਾਈ ਹੈ 4 ਸਾਲ ਦੀ, 4 ਸਾਲ ਦੇ ਵਿੱਚ ਕੀ ਤਾਂ ਸਾਡਾ ਉਹ ਬੱਚਾ ਸਿੱਖ ਜੂਗਾ, ਕੀ ਸਾਡਾ ਬੱਚਾ ਉੱਥੇ ਜਾ ਕੇ ਕੋਰਸ ਕਰ ਲੂਗਾ, ਕੀ ਸਾਡਾ ਬੱਚਾ ਜਾ ਕੇ ਸਿਖਲਾਈ ਕਰੂਗਾ, ਕੀ 4 ਸਾਲ ਦੇ ਵਿੱਚ ਉਹ ਸਾਡਾ ਬੱਚਾ ਉੱਥੋਂ ਲੈ ਕੇ ਆਊਗਾ, ਕਾਹਦੇ ਨਾਲ ਉਹ ਬੱਚੇ ਪਾਲੂ। ਅਗਰ ਜੇ ਰੱਬ ਨਾ ਕਰੇ ਸਾਡੇ ਬੱਚਿਆਂ ਨੂੰ ਕੁਛ ਉੱਥੇ ਹੋ ਜਾਂਦਾ ਹੈ ਤਾਂ ਉਹਦੀ ਅੱਜ ਵਿਆਹੀ ਹੈ ਜਾਂ ਉਹਦੀ ਮਾਂ ਹੈਗੀ, ਉਹਦਾ ਕੀ ਬਣੂਗਾ ਮਗਰ? ਜਦੋਂ ਉਹਨੂੰ ਕੁਛ ਉੱਥੋਂ ਮਿਲੇ ਹੀ ਨਾ, ਉਹਦੇ ਮਗਰਲੇ ਪਰਿਵਾਰ ਦਾ ਕੀ ਬਣੂਗਾ, ਕੀ ਖਾਊਗਾ? ਉਹਦੇ ਅਗਰ ਅੱਜ ਕੱਲ੍ਹ ਜਿਹੜੇ ਜ਼ਮੀਨਾਂ ਜਾਇਦਾਦਾਂ ਵਾਲੇ ਨੇ ਉਹ ਤਾਂ ਨੌਕਰੀਆਂ ਚਾਕਰੀਆਂ ਭਾਲਦੀ ਨਹੀਂ, ਜਿਨ੍ਹਾਂ ਕੋਲੇ ਅੱਜ ਕਿੱਲਾ ਜਾਂ 2 ਕਿੱਲੇ ਨੇ 1.5 ਕਿੱਲਾ ਹੈ, ਉਹੀ ਬੱਚੇ ਨੌਕਰੀਆਂ ਤੇ ਬਾਹਰ ਨਿਕਲਦੇ ਨੇਗੇ। ਉਹ ਇਕੱਲੇ ਕੋਈ ਉੱਥੇ ਮਰਨ ਲਈ ਤਾਂ ਨਹੀਂ ਜਾਣਗੇ, ਆਪਦੇ ਪਿਛਲੇ ਪਰਿਵਾਰ ਨੂੰ ਵੀ ਸੋਚਣਗੇ। ਜੇ ਉਹਨੂੰ ਅਗਰ ਉੱਥੇ ਕੁਛ ਹੋ ਜਾਂਦਾ ਹੈ, ਉਹਦੇ ਮਗਰਲੇ ਪਰਿਵਾਰ ਦਾ ਕੀ ਬਣੂਗਾ, ਕੀ ਖਾਣਗੇ, ਕੀ ਉਹਦੀ ਮਾਂ ਖਾਊਗੀ, ਕੀ ਉਹਦੀ ਭੈਣ ਖਾਊ। 1.5 ਕਿੱਲਾ ਜ਼ਮੀਨ ਦਾ ਉਹਦੇ ਕੋਲੇ, ਉਹ ਆਪ ਵਿਚਾਰਾ ਪੈਸੇ ਦਾ ਮਾਰੀ, ਆਪਦੇ ਬੱਚਿਆਂ ਦਾ ਰੁਜ਼ਗਾਰ ਦਾ ਮਾਰੀ ਬਾਹਰ ਨਿਕਲਦਾ ਹੈ। ਨਹੀਂ ਉੱਥੇ ਆਪਾਂ ਨੂੰ ਕੀ ਜਾਣ ਦੀ ਲੋੜ ਹੈਗੀ। ਬਾਕੀ ਇਹਨਾਂ ਨੂੰ ਇਹ ਵੀ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਬਾਰਡਰਾਂ ਤੇ ਜਾਂਦੇ ਨੇ, ਆਪਦੀ ਮੌਤ ਦਾ ਸਮਾਨ ਲੈ ਕੇ ਜਾਂਦੇ ਨੇ। ਉੱਥੇ ਹੋ ਸਕਦਾ ਕਦੋਂ ਵੀ ਉਹਨਾਂ ਨੂੰ ਹਮਲਾ ਪੈ ਜੇ, ਕਦੋਂ ਵੀ ਉਹਨਾਂ ਦੀ ਜਾਨ ਚਲੀ ਜਾਵੇ, ਪਰ ਇਹ ਸਰਕਾਰ ਨੇ ਸੋਚਿਆ ਕੁਛ ਇਹਨਾਂ ਬਾਰੇ? ਕੀ ਸੋਚਿਆ ਇਹਨਾਂ ਬਾਰੇ? ਇਹਨਾਂ ਬਾਰੇ ਕੁਝ ਵੀ ਨਹੀਂ ਸੋਚਿਆ ਇਹਨਾਂ ਨੇ। ਵੀ ਸਾਨੂੰ ਤਾਂ ਸਾਡੀਆਂ ਪੁਰਾਣੀਆਂ ਜਿਹੜੀਆਂ ਸਾਡੀਆਂ ਰੀਤਾਂ ਚੱਲੀਆਂ ਆ ਰਹੀਆਂ ਨੇ ਸਰਕਾਰ ਦੀਆਂ ਪਿਛਲੀਆਂ, ਉਹੀ ਚਾਹੀਦੀਆਂ ਨੇ, ਉਹੀ ਸਾਨੂੰ ਆਪਣੀਆਂ ਰਿਟਾਇਰਮੈਂਟਾਂ ਚਾਹੀਦੀਆਂ ਨੇ, ਉਹੀ ਸਾਨੂੰ ਸਾਡੀਆਂ ਜਿਹੜੀਆਂ ਪਿਲਸਣਾਂ ਚਾਹੀਦੀਆਂ ਨੇ। ਜੀ ਤੁਹਾਡਾ ਕੀ ਨਾਮ ਹੈ, ਕੀ ਜਥੇਬੰਦੀ ਦਾ, ਤੇ ਅੱਜ ਆਪਣਾ ਇਹ ਮੁੱਦਾ ਕੀ ਹੈ ਇੱਥੇ ਇਕੱਠੇ ਹੋਣ ਦਾ? ਮੈਂ ਜਗਤਾਰ ਸਿੰਘ ਕਾਲਾ ਝਾੜਾ, ਸੂਬਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ, ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜੋ ਅਗਨੀਪਥ ਯੋਜਨਾ ਸਰਕਾਰ ਨੇ ਬਣਾਈ ਆ, ਉਹਦੇ ਖਿਲਾਫ ਰਾਸ਼ਟਰਪਤੀ ਦੇ ਨਾਂ DC ਸਾਹਿਬ ਦੇ ਰਾਹੀਂ ਮੰਗ ਪੱਤਰ ਜਿਹੜਾ ਉਹ ਦੇ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ ਇਹ ਮੰਗ ਪੱਤਰ ਨੇ ਜਿਹੜੇ ਦਿੱਤੇ ਗਏ ਨੇ, ਇਸ ਦੀ ਕੜੀ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ। ਜਾਣੀ ਵੱਡਾ ਇਕੱਠ ਕਰਕੇ ਸਾਡੀਆਂ ਔਰਤ ਭੈਣਾਂ ਵੱਡੀ ਗਿਣਤੀ 'ਚ ਆਈਆਂ ਨੇ, ਸਾਡੇ ਕਿਸਾਨ ਮਜ਼ਦੂਰ ਆਏ ਨੇ। ਅਸੀਂ ਮੰਗ ਪੱਤਰ ਜਿਹੜਾ ਉਹ DC ਸਾਹਿਬ ਦੇ ਰਾਹੀਂ ਦੇਣਾ, ਕਿਉਂਕਿ ਜਿਹੜੇ ਲੋਕਾਂ ਨੇ, ਜਿਹੜੇ ਨੌਜਵਾਨਾਂ ਨੂੰ ਮਤਲਬ ਵੱਡੀਆਂ ਆਸਾਂ ਪਾਲੀਆਂ ਨੇ ਵੀ ਜੇ ਕੋਈ ਹੋਰ ਸਾਰੇ ਮਹਿਕਮੇ ਪ੍ਰਾਈਵੇਟ ਕਰਤੇ ਵੀ ਪੁਲਿਸ ਤੇ ਫੌਜ ਬਚੀ ਆ, ਇਸ ਕਰਕੇ ਫੌਜ 'ਚ ਹੀ ਵਗ ਜਾਵਾਂਗੇ। ਜਾਣੀ ਉਹਨਾਂ ਨੌਜਵਾਨਾਂ ਦੇ ਦਿਲ ਬਲੂੰਦਰੇ ਗਏ ਨੇ ਜਦੋਂ ਇਹਨਾਂ ਨੇ ਫੌਜ ਨੂੰ ਪ੍ਰਾਈਵੇਟ ਕਰਨ ਦਾ ਵੀ 4 ਸਾਲ ਦੇ ਵਿੱਚ ਮਤਲਬ ਸਾਰੀ ਜਿਹੜਾ ਉਹਦਾ ਉਹ ਨਿਬੜ ਜੂਗਾ। ਇਸ ਕਰਕੇ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਜੋ ਸਰਕਾਰ ਨੇ ਇਹ ਸਕੀਮ ਬਣਾਈ ਆ। ਇਸ ਕਰਕੇ ਅੱਜ ਅਸੀਂ ਰਾਸ਼ਟਰਪਤੀ ਦੇ ਨਾਂ ਜਿਹੜਾ ਮੰਗ ਪੱਤਰ DC ਸਾਹਿਬ ਨੂੰ ਭੇਜ ਰਹੇ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਨੇ ਇਹਦੇ ਤੇ ਫੌਰੀ ਤੌਰ ਤੇ ਕੋਈ ਧਿਆਨ ਨਾ ਦਿੱਤਾ ਤਾਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਊਗੀ, ਉਹਦੇ ਤੇ ਅਸੀਂ ਇਹ ਜਿਹੜੇ ਵੱਡੇ ਐਕਸ਼ਨ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਉਹ ਕਰਨ ਵਾਸਤੇ ਵੀ ਮਜਬੂਰ ਹੋਵਾਂਗੇ। ਮੈਂ ਜਸਬੀਰ ਕੌਰ ਗਰਾਹਾਂ, ਬਲਾਕ ਸੁਨਾਮ, ਜ਼ਿਲ੍ਹਾ ਸੰਗਰੂਰ। ਮੈਂ ਕਹਿ ਰਹੀ ਹਾਂ ਵੀ ਜਿਹੜੀ ਸਰਕਾਰ ਨੇ ਅਗਨੀਪਥ ਸਕੀਮ ਚਲਾਈ ਹੈ ਇਹ 4 ਸਾਲਾਂ ਲਈ, ਜਿਹੜੇ ਸਾਡੇ ਨੌਜਵਾਨ ਨੇ ਇੰਨੀਆਂ ਮਿਹਨਤਾਂ ਕਰਦੇ ਨੇ, ਇੰਨੇ ਸਾਲਾਂ ਲਈ ਆਪਾਂ ਭਰਤੀਆਂ ਤੇ ਤੋਰਦੇ ਹਾਂ ਆਪਦੇ ਘਰੋਂ, ਇਹ ਆਪਦੇ ਮਾਂ-ਬਾਪ ਜਿਹੜੇ ਉਹਨਾਂ ਨੂੰ ਤੋਰਦੇ ਨੇ, ਉਹ 4 ਸਾਲਾਂ 'ਚ ਦੇਖ ਲਓ ਵੀ ਕੀ ਕਰ ਲੈਣਗੇ। ਨਾ ਉਹਨਾਂ ਨੂੰ ਸਰਕਾਰੀ ਕੋਈ ਸਹੂਲਤ ਮਿਲਣੀ ਹੈ, ਨਾ 4 ਸਾਲਾਂ 'ਚ ਉਹਨਾਂ ਨੇ ਆ ਕੇ ਕੁਝ ਕਰਨਾ, ਬਲਕਿ 4 ਸਾਲਾਂ ਦੇ ਵਿੱਚ ਉਹਨਾਂ ਨੇ ਆ ਕੇ ਉਰੇ ਇਹੋ ਜਿਹੇ ਮਾਹੌਲ ਪੈਦਾ ਕਰਨੇ ਨੇ, ਖਾੜਕੂ ਬਣਨਗੇ। ਕਿਉਂਕਿ 4 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਣਾ, 4 ਸਾਲਾਂ 'ਚ ਕੁਛ ਨਹੀਂ ਬਣਦਾ। ਜਿਹੜੇ ਸਾਡੇ ਵੀਰ ਇੰਨੇ ਸਾਲਾਂ ਦੇ ਭਰਤੀ ਹੋਏ ਨੇ, ਇੰਨਾ ਕੰਮ ਕਰਦੇ ਨੇ, ਉਹਨਾਂ ਨੂੰ ਸਰਕਾਰੀ ਸਹੂਲਤਾਂ ਮਿਲਦੀਆਂ ਨੇ। ਇਹ ਜਿਹੜੀ ਸਰਕਾਰ ਹੈ ਅਗਨੀਪਥ ਸਕੀਮ ਚਲਾ ਕੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਰਹੀ ਹੈ, ਬਲਕਿ ਆ ਕੇ ਬੱਚੇ ਸਾਡੇ ਕੰਮ ਕਰਨ ਜੋਗਰੇ ਨਹੀਂ ਰਹਿੰਦੇ। ਘਰੋਂ ਮਾਂ-ਬਾਪ ਸਾਡੇ ਭੇਜਦੇ ਨੇ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਜ਼ੁਬਾਨ ਜਾਣ, ਕਿਉਂਕਿ ਇਹੀ ਇੱਕ ਅਦਾਰਾ ਰਹਿ ਗਿਆ ਸਾਡੇ ਵਾਸਤੇ। ਹੋਰ ਤਾਂ ਸਾਰੀਆਂ ਚੀਜ਼ਾਂ ਸਰਕਾਰਾਂ ਨੇ ਠੇਕੇ ਤੇ ਲਾਤੀਆਂ, ਕੁਛ ਵੇਚਤੀਆਂ, ਕੁਛ ਬਕਿਆਊ ਕਰ ਰੱਖੀਆਂ ਨੇ, ਕੋਈ ਸਰਕਾਰੀ ਅਦਾਰਾ ਸਾਡਾ ਛੱਡਿਆ ਨਹੀਂ। ਇੱਕ ਸਾਡਾ ਇਹੀ ਹੈ ਵੀ ਜਿਹੜਾ ਜ਼ੁਬਾਨ ਤੇ ਕਿਸਾਨ ਸਾਡਾ ਕੰਮ ਕਰਦਾ ਖੇਤਾਂ ਦੇ ਵਿੱਚ, ਜ਼ੁਬਾਨ ਸਾਡਾ ਬਾਰਡਰਾਂ ਤੇ ਲੜ ਰਿਹਾ ਹੈ, ਉਹਦੀ ਵੀ ਇਹ ਹੁਣ ਭਰਤੀ ਠੇਕੇ ਤੇ ਕਰਨ ਜਾ ਰਹੇ ਨੇ। ਇੰਨਾ ਕਹਿੰਦੀ ਅਸੀਂ ਧੰਨਵਾਦ ਕਹਿੰਦੇ ਹਾਂ ਜੀ। ਕੀ ਨਾਮ ਹੈ ਜੀ, ਤੁਸੀਂ ਅੱਜ ਕੀ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਮੇਰਾ ਨਾਮ ਗੋਬਿੰਦਰ ਸਿੰਘ ਮਗਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਬਲਾਕ ਪ੍ਰਧਾਨ ਸੰਗਰੂਰ। ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂਗੇ
ਵੀ ਜੋ ਸਰਕਾਰ ਅਗਨੀਪਥ ਕਾਨੂੰਨ ਲੈ ਕੇ ਆਈ ਹੈਗੀ, ਜਿਹੜੇ ਕਾਲੇ ਕਾਨੂੰਨਾਂ ਨਾਲ ਵੀ ਭੈੜਾ ਕਾਨੂੰਨ ਹੈਗਾ, ਇਹਨੂੰ ਸਰਕਾਰ ਵਾਪਸ ਲਵੇ। ਜੇ ਅਗਰ ਸਰਕਾਰ ਇਹਦੇ ਉੱਤੇ ਨਹੀਂ ਗੌਰ ਕਰਦੀ, ਇਹਨੂੰ ਵਾਪਸ ਨਹੀਂ ਲੈਂਦੀ, ਜਿਹੜਾ ਸਾਡੇ ਦੇਸ਼ ਦਾ, ਹਿੰਦੁਸਤਾਨ ਦਾ, ਭਾਰਤ ਦਾ ਭਵਿੱਖ ਹੈਗਾ ਉਹ ਖਤਰੇ 'ਚ ਪੈਂਦਾ ਜਾ ਰਿਹਾ ਹੈ। ਉਹਦੇ ਵਾਸਤੇ ਸਰਕਾਰ ਵਿਚਾਰ ਨਹੀਂ ਕਰਦੀ। ਅਸੀਂ ਆਉਣ ਵਾਲਾ ਸਮਾਂ ਜਿਹੜਾ ਇਹ ਸਰਕਾਰ ਵਾਸਤੇ ਖਤਰਨਾਕ ਪੈਦਾ ਹੋਵੇਗਾ, ਕਿਉਂਕਿ ਜਿਹੜੇ ਨੌਜਵਾਨੀ ਜਦੋਂ ਗਲਤ ਰਸਤੇ ਪਊਗੀ ਬੇਰੁਜ਼ਗਾਰ ਹੋ ਕੇ, ਤਾਂ ਇਹ ਸਰਕਾਰ ਵਾਸਤੇ ਗੱਲ ਗਲਤ ਹੈਗਾ ਤੇ ਹਿੰਦੁਸਤਾਨ ਦੇਸ਼ ਵਾਸਤੇ ਵੀ ਗਲਤ ਹੈਗਾ, ਨੌਜਵਾਨੀ ਵਾਸਤੇ ਵੀ ਗਲਤ ਹੈ। ਸਰਕਾਰ ਨੂੰ ਚੇਤਾਵਨੀ ਹੈ ਵੀ ਸਰਕਾਰ ਇਹ 'ਤੇ ਗੌਰ ਕਰੇ, ਕਾਨੂੰਨਾਂ ਨੂੰ ਵਾਪਸ ਲਵੇ। ਨਹੀਂ ਆਉਣ ਵਾਲਾ ਸਮਾਂ ਜਿਹੜਾ ਸਾਡੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਜਿਹੜੇ ਸੰਘਰਸ਼ ਨੇ ਇਹ ਤੇਜ਼ ਆਉਣਗੇ, ਸਰਕਾਰ ਦਾ ਸਾਹਮਣਾ ਨਹੀਂ ਕਰ ਸਕੂਗੀ। ਮੈਂ ਚਰਨਜੀਤ ਕੌਰ ਅਗਰਾਹਾਂ ਇਹਨਾਂ ਵੱਲੋਂ, ਤੇ ਅਸੀਂ ਜਿਹੜੀ ਇਹ ਸਾਨੂੰ ਉੱਥੇ ਵਾਅਦੇ ਕੀਤੇ ਸੀ ਸਰਕਾਰ ਨੇ, ਸਾਡੇ ਹਲੇ ਪੂਰੇ ਨਹੀਂ ਹੋਏ। ਉਹਦੇ ਕਰਕੇ ਅਸੀਂ ਦੁਬਾਰੇ ਧਰਨੇ ਸ਼ੁਰੂ ਕਰ ਰਹੇ ਹਾਂਗੇ। ਜੇ ਸਰਕਾਰ ਸਾਡੇ ਵਾਅਦੇ ਨਹੀਂ ਪੂਰੇ ਕਰੂਗੀ, ਸਾਨੂੰ ਝੂਠ ਬੋਲ ਕੇ ਉਦੋਂ ਉਹਨਾਂ ਨੇ ਠਾਤਾ, ਸਾਡੇ ਗੁਰੂਆਂ ਦੀ ਸਹੁੰ ਖਾ ਕੇ ਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ, ਮੈਂ ਇਹਨਾਂ ਨੂੰ ਠਾ ਦਿੰਦਾ, ਕਿਉਂਕਿ ਅਸੀਂ ਉਹਨੂੰ ਮੰਨਦੇ ਹਾਂ, ਆਪਦਾ ਗੁਰੂ ਮੰਨਦੇ ਹਾਂ। ਉਹਦੇ ਇਸ ਨਾਲ ਅਸੀਂ ਉੱਠ ਖੜੇ ਤੇ ਇਹਨਾਂ ਨੇ ਸਾਡੇ ਉਹਦੇ ਝੂਠੇ ਵਾਅਦੇ ਕੀਤੇ ਨੇ ਸਾਡੇ ਨਾਲ। ਸਾਨੂੰ ਕੋਈ ਵਾਅਦਾ ਹਜੇ ਪੂਰਾ ਨਹੀਂ ਮਿਲਿਆ ਹੈਗਾ ਨਾ। ਸਾਡੇ ਜਿਹੜੇ ਕਿਸਾਨ ਹਜੇ ਟਰੈਕਟਰ ਸਾਡੇ ਦਿੱਲੀ ਖੜੇ ਨੇ, ਜਿਹੜੇ ਪਰਚੇ ਨੇ ਮੁੰਡਿਆਂ ਤੇ ਕਿਸਾਨਾਂ ਤੇ, ਉਹ ਨਹੀਂ ਹਜੇ ਇਹਨਾਂ ਨੇ ਰੱਦ ਕੀਤੇ। ਤੇ ਜੇ MSP ਦੀ ਗਾਰੰਟੀ ਨਹੀਂ ਹੋਈ, ਜੇ ਸਾਨੂੰ ਇਹ ਜੇ ਵਾਅਦੇ ਇਹਨਾਂ ਨੇ ਪੂਰੇ ਨਾ ਕੀਤੇ, ਤਾਂ ਹਜੇ ਵੀ ਦਿੱਲੀ ਕੋਈ ਦੂਰ ਨਹੀਂ, ਅਸੀਂ ਦੁਬਾਰੇ ਸੰਘਰਸ਼ ਦਿੱਲੀ ਵਿੱਢ ਸਕਦੇ ਹਾਂ।